ਨਮਸਕਾਰ ਦੋਸਤੋ, ਮੈਂ ਆਂਚਲ ਅਤੇ ਮੇਰੇ ਨਾਲ ਅੱਜ ਮੌਜੂਦ ਹਨ ਮੇਰੇ ਕੁਝ ਹੋਰ ਸਾਥੀ। ਸੌਰਵ ਜੀ ਜੋ ਕਿ ਬੀਕਾਮ ਕਮਰਸ ਦੇ ਸਟੂਡੈਂਟ ਹਨ, ਅੰਕੁਸ਼ ਜੀ ਜੋ ਕਿ BBA ਦੇ ਸਟੂਡੈਂਟ ਹਨ, ਅੰਜਲੀ ਜੀ ਜੋ ਕਿ ਜਰਨਲਿਜ਼ਮ ਤੇ ਮਾਸ ਕਮਿਊਨੀਕੇਸ਼ਨ ਦੇ ਵਿਦਿਆਰਥਣ ਹਨ। ਸੋ ਲੈ ਕੇ ਹਾਜ਼ਰ ਹਾਂ ਅੱਜ ਦਾ ਪ੍ਰੋਗਰਾਮ। ਅੱਜ ਅਸੀਂ ਗੱਲਬਾਤ ਕਰਾਂਗੇ G20 ਸਮਿਟ ਦੀ ਅਤੇ G20 ਦੇ ਵਿੱਚ ਭਾਰਤ ਦੀ ਜੋ ਭੂਮਿਕਾ ਹੈ ਅਤੇ ਭਾਰਤ ਦਾ ਜੋ ਯੋਗਦਾਨ ਹੈ ਉਸ ਬਾਰੇ ਅਸੀਂ ਅੱਜ ਚਰਚਾ ਕਰਾਂਗੇ। G20 ਵਿੱਚ ਭਾਰਤ ਦੇ ਯੋਗਦਾਨ ਤੋਂ ਪਹਿਲਾਂ ਅਸੀਂ ਜਾਣ ਲੈਂਦੇ ਹਾਂ ਕਿ G20 ਸਮਿਟ ਹੈ ਕੀ। G20 ਸਮਿਟ ਦੁਨੀਆ ਦੇ ਪ੍ਰਮੁੱਖ ਵਿਕਸਿਤ ਅਤੇ ਵਿਕਾਸਸ਼ੀਲ ਅਰਥ ਵਿਵਸਥਾਵਾਂ ਦਾ ਇੱਕ ਅੰਤਰਰਾਸ਼ਟਰੀ ਅੰਤਰ ਸਰਕਾਰੀ ਸਮੂਹ ਹੈ। ਇਸ 'ਚ ਅਰਜਨਟੀਨਾ, ਆਸਟ੍ਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਫਰਾਂਸ, ਜਰਮਨੀ, ਭਾਰਤ, ਇੰਡੋਨੇਸ਼ੀਆ, ਇਟਲੀ, ਜਾਪਾਨ, ਕੋਰੀਆ ਗਣਰਾਜ, ਮੈਕਸੀਕੋ, ਰੂਸ, ਸਾਊਦੀ ਅਰਬ, ਦੱਖਣੀ ਅਫਰੀਕਾ, ਤੁਰਕੀ, ਬ੍ਰਿਟੇਨ, ਅਮਰੀਕਾ ਅਤੇ ਯੂਰਪੀ ਸੰਘ ਸ਼ਾਮਿਲ ਹਨ। G20 ਦਾ ਉਦੇਸ਼ ਸੰਸਾਰ ਵਿੱਚ ਵਿੱਤ ਸਥਿਰਤਾ ਲੈ ਕੇ ਆਉਣਾ ਹੈ। ਇੰਡੋਨੇਸ਼ੀਆ ਦੇ ਬਾਲੀ ਟਾਪੂ ਤੇ 30 ਨਵੰਬਰ ਨੂੰ ਖਤਮ ਹੋਈ G20 ਦੀ ਬੈਠਕ 'ਚ ਅਗਲੇ 1 ਸਾਲ ਲਈ G20 ਦੀ ਪ੍ਰਧਾਨਗੀ ਭਾਰਤ ਨੂੰ ਸੌਂਪ ਦਿੱਤੀ ਗਈ ਹੈ। ਇਸ ਸਾਲ 30 ਨਵੰਬਰ ਤੱਕ ਭਾਰਤ G20 ਗਰੁੱਪ ਦਾ ਚੇਅਰਮੈਨ ਰਹੇਗਾ। ਇਸ ਕਾਰਨ ਅਗਲੇ ਸਾਲ ਨਵੰਬਰ 'ਚ G20 ਸਮੂਹ 'ਚ ਸ਼ਾਮਿਲ ਦੇਸ਼ਾਂ ਦੀ ਸਿਖਰ ਬੈਠਕ ਭਾਰਤ ਵਿੱਚ ਹੀ ਹੋਵੇਗੀ। G20 ਗਰੁੱਪ ਦੀ ਪ੍ਰਧਾਨਗੀ ਨੂੰ ਮੋਦੀ ਸਰਕਾਰ ਜੀ ਨੇ ਭਾਰਤ ਦੀ ਵੱਡੀ ਕੂਟਨੀਤਕ ਪ੍ਰਾਪਤੀ ਦੱਸਿਆ ਹੈ ਅਤੇ ਇਸ ਲਈ ਅਗਲੇ 1 ਸਾਲ ਤੱਕ ਸਰਕਾਰ ਦੀ ਇਸ ਸੰਮੇਲਨ ਤੋਂ ਪਹਿਲਾਂ ਵੱਖ-ਵੱਖ ਵਿਸ਼ਿਆਂ 'ਤੇ ਕਈ ਪ੍ਰੋਗਰਾਮ ਆਯੋਜਿਤ ਕਰਨ ਦੀ ਯੋਜਨਾ ਹੈ। G20 ਸਮਿਟ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਲਈ ਗੱਲਬਾਤ ਕਰਦੇ ਹਾਂ ਇੱਥੇ ਮੌਜੂਦ ਮੇਰੇ ਸਾਥੀਆਂ ਦੇ ਨਾਲ। ਹਾਲ ਹੀ ਦੇ ਵਿੱਚ ਹੋਏ G20 ਸਿਖਰ ਸੰਮੇਲਨ ਦੇ ਜੋ ਮਹੱਤਵਪੂਰਨ ਨਤੀਜੇ ਸਾਹਮਣੇ ਆਏ ਹਨ, ਸੌਰਵ ਤੁਹਾਡਾ ਉਹਦੇ ਬਾਰੇ ਕੀ ਵਿਚਾਰ ਹੈ? ਹਾਲ ਹੀ ਦੇ ਵਿੱਚ G20 ਦੇ ਜਿਹੜੇ ਮਹੱਤਵਪੂਰਨ ਤੱਤ ਜਿਹੜੇ ਸਾਨੂੰ ਸਾਹਮਣੇ ਆਏ ਦੇਖਣ ਨੂੰ ਮਿਲਦੇ ਹਨ। ਇਸ ਦੇ ਵਿੱਚ ਸਾਨੂੰ ਸਭ ਤੋਂ ਪਹਿਲਾਂ ਇਹ ਦੇਖਣ ਨੂੰ ਮਿਲਦਾ ਹੈ ਕਿ ਭਾਰਤ ਪਹਿਲੀ ਵਾਰ ਇਸ ਦੀ ਪ੍ਰਧਾਨਗੀ ਕਰ ਰਿਹਾ ਹੈ ਅਤੇ ਇਹ 3 ਵਿਕਾਸਸ਼ੀਲ ਦੇਸ਼ਾਂ ਦਾ ਇੱਕ ਸਮੂਹ ਬਣ ਕੇ ਟਰਾਇਓਕਾ ਜਿਹਨੂੰ ਆਪਾਂ ਕਿਹਾ ਜਾਂਦਾ ਹੈ, ਉਹ ਪਹਿਲੀ ਵਾਰ ਇੱਦਾਂ ਹੋਇਆ ਹੈ ਕਿ ਇੰਡੋਨੇਸ਼ੀਆ ਤੋਂ ਬਾਅਦ ਜਦੋਂ ਭਾਰਤ ਨੂੰ ਇਸ ਦੀ ਪ੍ਰਧਾਨਗੀ ਦਿੱਤੀ ਗਈ ਹੈ ਅਤੇ ਭਾਰਤ ਤੋਂ ਬਾਅਦ ਇਸ ਦੀ ਪ੍ਰਧਾਨਗੀ ਬ੍ਰਾਜ਼ੀਲ ਨੂੰ ਅਗਲੇ 1 ਦਸੰਬਰ 2023 ਨੂੰ ਦਿੱਤੀ ਜਾਵੇਗੀ। ਤੇ ਸਾਨੂੰ ਇਹ ਦੇਖਣ ਨੂੰ ਮਿਲਦਾ ਹੈ ਕਿ ਇਸ ਦਾ ਟਰਾਇਓਕਾ ਜਿਹੜਾ ਹੈ ਉਹ ਵਿਕਾਸਸ਼ੀਲ ਦੇਸ਼ਾਂ ਦਾ ਇਸ ਵਾਰ ਬਣਿਆ ਹੈ ਤੇ ਆਪਾਂ ਇਹ ਸਮਝ ਸਕਦੇ ਹਾਂ ਕਿ ਹੁਣ ਇਸ ਸਮੇਂ ਵਿਕਾਸਸ਼ੀਲ ਦੇਸ਼ਾਂ ਨੂੰ ਪ੍ਰਗਤੀ ਵਾਸਤੇ ਭਾਰਤ ਆਪਣਾ ਕੀ ਅਹਿਮ ਮੁੱਦਾ ਸਾਹਮਣੇ ਰੱਖਦਾ ਹੈ। ਦੂਜੀ ਗੱਲ, ਇਹ ਪ੍ਰਧਾਨਗੀ ਭਾਰਤ ਨੂੰ ਉਸ ਸਮੇਂ ਮਿਲੀ ਹੈ ਜਦੋਂ ਇਹ ਇੱਕ ਸਮਾਂ ਵਿਸ਼ਵ ਵਾਸਤੇ ਰਾਜਨੀਤਿਕ ਪੱਧਰ ਤੇ ਉਥਲ-ਪੁਥਲ ਦਾ ਹੈ। ਜਿੱਦਾਂ ਕਿ ਸਾਨੂੰ ਦੇਖਣ ਨੂੰ ਮਿਲਦਾ ਹੈ, ਸਾਡੇ ਸਰੋਤਾਵਾਂ ਨੂੰ ਵੀ ਇਹ ਪਤਾ ਹੈ ਕਿ ਰਸ਼ੀਆ ਤੇ ਯੂਕਰੇਨ ਦੀ ਵਾਰ ਦੇ ਵਿੱਚ ਸਾਡੇ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਨੂੰ ਆਰਥਿਕ ਤੌਰ ਤੇ ਬਹੁਤ ਪ੍ਰਭਾਵ ਪਿਆ ਹੈ। ਇਸ ਨੂੰ ਦੂਰ ਕਰਨ ਦੇ ਲਈ ਭਾਰਤ ਦਾ ਇੱਕ ਨਿਊਟਰਲ ਸਟੈਂਡ ਰਿਹਾ ਹੈ ਅਤੇ ਭਾਰਤ ਨੇ ਨੈਗੋਸੀਏਸ਼ਨ ਦੇ ਤੌਰ ਤੇ ਇਸ ਨੂੰ ਸੁਲਝਾਉਣ ਦਾ ਇੱਕ ਪ੍ਰੋਤਸਾਹਨ ਜ਼ਾਹਿਰ ਕੀਤਾ ਹੈ। ਦੂਜੀ ਗੱਲ ਇਹ ਕਿ ਵਿਸ਼ਵ ਵਿੱਤੀ ਸੰਕਟ ਨੂੰ ਦੂਰ ਕਰਨ ਦੇ ਲਈ ਜੋ ਕਿ ਕਰੋਨਾ ਤੋਂ ਬਾਅਦ ਸਾਨੂੰ ਦੇਖਣ ਨੂੰ ਮਿਲਿਆ ਹੈ ਤੇ G20 ਦੀ ਪ੍ਰਧਾਨਗੀ ਇਹ ਸਾਡੇ ਵਾਸਤੇ ਇੱਕ ਮਹੱਤਵਪੂਰਨ ਵਿਸ਼ਾ ਹੈ ਕਿ ਕਰੋਨਾ ਤੋਂ ਬਾਅਦ ਆਪਾਂ ਇਸ ਨੂੰ ਵਿਕਾਸਸ਼ੀਲ ਅਤੇ ਵਿਕਸਿਤ ਦੇਸ਼ਾਂ ਦੀ ਆਰਥਿਕ ਵਿਵਸਥਾ ਨੂੰ ਕਿੱਦਾਂ ਸਥਿਰ ਲੈ ਕੇ ਆਈਏ, ਜਿਸ ਦੇ ਵਿੱਚ PPR ਪ੍ਰੀਵੈਂਸ਼ਨ, ਪ੍ਰੈਪਰੇਸ਼ਨ ਅਤੇ ਰਿਸਪੌਂਸ ਜੋ ਕਿ ਬਹੁਤ ਮਹੱਤਵਪੂਰਨ ਬਣ ਜਾਂਦਾ ਹੈ। ਸਾਨੂੰ ਇਹ ਫਰੀਦ ਜੀ ਦੀ ਬਾਣੀ 'ਚ ਵੀ ਦੇਖਣ ਨੂੰ ਮਿਲਦਾ ਹੈ ਕਿ ਜੋ ਤਿਨ ਮਾਰਨ ਮੁਕੀਆਂ ਤਿਨਾਂ ਨਾ ਮਾਰੀ ਘੁੰਮ, ਆਪਣੇ ਘਰ ਜਾਏ ਪੈਰ ਤਿਨਾਂ ਦੇ ਚੁੰਮ। ਸਾਨੂੰ ਇਹ ਦੇਖਣ ਨੂੰ ਮਿਲਦਾ ਹੈ ਕਿ ਸਾਡਾ ਸੱਭਿਆਚਾਰ ਪੰਜਾਬ ਦੀ ਫਿਲਾਸਫੀ ਹੈ, ਸਾਡੇ ਭਾਰਤ ਦੀ ਫਿਲਾਸਫੀ ਹੈ, ਉਸਨੇ ਸਾਨੂੰ ਪਹਿਲਾਂ ਤੋਂ ਹੀ ਵਸੁਧੈਵ ਕੁਟੁੰਬਕਮ ਦੀ ਗੱਲ ਸਿਖਾਈ ਹੈ। ਸਾਨੂੰ ਨਾਨਕ ਦੀ ਬਾਣੀ 'ਚ ਵੀ ਦੇਖਣ ਨੂੰ ਮਿਲਦਾ ਹੈ ਕਿ ਖਾਲਕ ਖਲਕ ਮੈਂ ਖਲਕ ਵਸੇ ਰੱਬ ਮਾਹੀ, ਮੰਦਾ ਕਿਸ ਨੂੰ ਆਖੀਏ ਜੇ ਤੁਝ ਬਿਨ ਕੋਈ ਨਹੀਂ। ਇਹ G20 ਦੀ ਪ੍ਰਧਾਨਗੀ ਇਸ ਲਈ ਵੀ ਮਹੱਤਵਪੂਰਨ ਹੋ ਜਾਂਦੀ ਹੈ ਕਿਉਂਕਿ ਇਹ ਪੂਰੇ ਵਿਸ਼ਵ ਦੀ 85% GDP ਦਾ ਹਿੱਸਾ ਇਕੱਤਰਿਤ ਕਰਦੀ ਹੈ। 75% ਅੰਤਰਰਾਸ਼ਟਰੀ ਵਪਾਰ, ਅੰਤਰਰਾਸ਼ਟਰੀ 7% ਦੀ ਪੋਪੂਲੇਸ਼ਨ ਅਤੇ ਪੂਰੇ ਵਿਸ਼ਵ ਦੀ $95 ਟ੍ਰਿਲੀਅਨ ਦੀ ਜਿਹੜੀ GDP ਹੈ ਉਹਦਾ $75 ਟ੍ਰਿਲੀਅਨ G20 ਦੇਸ਼ਾਂ ਦਾ ਹੀ ਸਮੂਹ ਹੈ। ਜੀ ਬਿਲਕੁਲ, ਮੈਂ ਤੁਹਾਡੀ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ ਤੇ ਇਸ ਦੇ ਨਾਲ ਇੱਕ ਮਹੱਤਵਪੂਰਨ ਗੱਲ ਇਹ ਵੀ ਆ ਜਾਂਦੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਜੀ ਦਾ ਇੱਕ ਪ੍ਰਭਾਵਸ਼ਾਲੀ ਅਤੇ ਇੱਕ ਵਿਚਾਰਵਾਨ ਆਗੂ ਵਜੋਂ ਸਥਾਪਿਤ ਹੋਣਾ। G20 ਸਮਿਟ ਵਿੱਚ ਵੱਖ-ਵੱਖ ਮੁੱਦਿਆਂ 'ਤੇ ਚਰਚਾ ਹੋਈ। ਇਸ ਵਿੱਚ ਰੂਸ ਯੂਕਰੇਨ ਦਾ ਮੁੱਦਾ ਜੋ ਕਿ ਤੁਸੀਂ ਹੁਣੇ ਦੱਸਿਆ ਵੀ, ਉਹ ਵੀ ਸ਼ਾਮਿਲ ਸੀ। ਅੰਕੁਸ਼, ਤੁਹਾਡਾ ਕੀ ਵਿਚਾਰ ਹੈ ਕਿ ਭਾਰਤ ਨੇ ਕਿਸ ਤਰ੍ਹਾਂ ਇਕਜੁੱਟਤਾ ਦੀ ਆਵਾਜ਼ ਨੂੰ ਉੱਥੇ ਦਰਸਾਇਆ ਹੈ?
ਜੇਕਰ ਵੇਖਿਆ ਜਾਵੇ ਤਾਂ G20 ਸਿਖਰ ਸੰਮੇਲਨ ਦੇ ਵਿੱਚ ਰੂਸ ਤੇ ਯੂਕਰੇਨ ਦੀ ਜੰਗ ਦੀ ਕਾਫੀ ਚਰਚਾ ਹੋਈ ਹੈ, ਜਿਸ ਦੇ ਵਿੱਚ ਇਹ ਵੀ ਵੇਖਣ ਨੂੰ ਮਿਲਿਆ ਹੈ ਕਿ ਸਾਡੇ ਜਿਹੜੇ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਇਹ ਕਿਹਾ ਕਿ ਅੱਜ ਦਾ ਜਿਹੜਾ ਯੁੱਗ ਹੈ ਇਹ ਯੁੱਧ ਤੇ ਜੰਗ ਦਾ ਯੁੱਗ ਬਿਲਕੁਲ ਵੀ ਨਹੀਂ ਹੈ, ਕਿਉਂਕਿ ਜੇਕਰ ਵੇਖਿਆ ਜਾਵੇ ਤਾਂ ਜੰਗ ਨਾਲ ਅੱਜ ਤੱਕ ਕਿਸੇ ਨੂੰ ਕੋਈ ਫਾਇਦਾ ਨਹੀਂ ਹੋਇਆ। ਤੇ ਇਸ ਕਰਕੇ ਅਗਰ ਇਹ ਜੰਗ ਚੱਲਦੀ ਵੀ ਹੈ ਤੇ ਉਹਦੇ ਨਾਲ ਬਾਕੀ ਜਿਹੜੇ ਵਿਕਾਸਸ਼ੀਲ ਦੇਸ਼ ਵੀ ਨੇ ਉਹਨਾਂ ਨੂੰ ਵੀ ਘਾਟਾ ਪੈ ਰਿਹਾ, ਤੇ ਜਿਹੜੇ ਵਿਕਾਸ ਕਰ ਚੁੱਕੇ ਦੇਸ਼ ਨੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਸ ਚੀਜ਼ ਦਾ। ਇਹਨੂੰ ਅਗਰ ਮੈਂ ਇੱਕ ਉਦਾਹਰਨ ਵਜੋਂ ਦੇਖਾਂ ਤੇ ਇਜ਼ਰਾਈਲ ਨੂੰ ਪਹਿਲੇ ਹੀ ਦਿਨ ਜਦੋਂ ਉਹ ਆਪਣਾ ਇੱਕ ਅਲੱਗ ਮੁਲਕ ਬਣਿਆ ਤੇ ਉਹਨਾਂ ਨੂੰ 6 ਅਲੱਗ-ਅਲੱਗ ਦੇਸ਼ਾਂ ਦੇ ਨਾਲ ਜੰਗ ਲੜਨੀ ਪਈ ਸੀ, ਫਿਰ ਵੀ ਉਹਨਾਂ ਨੇ ਉਸ ਦੌਰ ਦੇ ਵਿੱਚੋਂ ਨਿਕਲ ਕੇ ਵੀ ਅੱਜ ਆਪਣੇ ਆਪ ਨੂੰ ਉਹਨਾਂ ਨੇ ਇੱਕ ਬਹੁਤ ਵਿਕਾਸਸ਼ੀਲ ਅਰਥ ਵਿਵਸਥਾ ਦੇ ਤੌਰ 'ਤੇ ਆਪਣੇ ਆਪ ਨੂੰ ਅੱਗੇ ਵਧਾਇਆ ਹੈ। ਇਸ ਦੇ ਨਾਲ ਹੀ ਅਗਰ ਵੇਖਿਆ ਜਾਵੇ ਤਾਂ ਭਾਰਤ ਵੀ ਅੱਜ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਹੈ, ਤੇ ਭਾਰਤ ਨੇ ਇਹ ਕਿਹਾ ਹੈ ਕਿ ਅਸੀਂ ਕਿਸੇ ਦੇ ਨਾਲ ਵੀ ਨਹੀਂ ਹਾਂ, ਅਸੀਂ ਇੱਕ ਆਪਣਾ ਤਟਸਥ ਰਹਿ ਰਹੇ ਹਾਂ, ਅਸੀਂ ਨਿਊਟਰਲ ਸਟੈਂਡ ਲਿਆ ਹੋਇਆ ਹੈ, ਅਸੀਂ ਨਾ ਤਾਂ ਰੂਸ ਦੇ ਨਾਲ ਹਾਂ ਨਾ ਹੀ ਯੂਕਰੇਨ ਦੇ ਖਿਲਾਫ। ਜੀ ਬਿਲਕੁਲ, ਨਰਿੰਦਰ ਮੋਦੀ ਜੀ ਵੱਲੋਂ ਜੋ ਦਿੱਤਾ ਗਿਆ ਹੈ ਨਾਰਾ ਹੈ ਕਿ ਅੱਜ ਦਾ ਯੁੱਗ ਯੁੱਧ ਦਾ ਯੁੱਗ ਨਹੀਂ ਹੈ, ਇਹ ਵਿਸ਼ਵ ਪੱਧਰ ਤੇ ਭਾਰਤ ਦੀ ਇਕਜੁੱਟਤਾ ਨੂੰ ਹੀ ਦਰਸਾਉਂਦਾ ਹੈ, ਜਿਸ ਨੂੰ ਹੁਣ ਕਿਸੇ ਵੀ ਪੱਧਰ ਤੇ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਸਿਖਰ ਸੰਮੇਲਨ ਦੌਰਾਨ ਆਪਣੇ ਸੰਬੋਧਨ ਵਿੱਚ ਪੀਐਮ ਮੋਦੀ ਜੀ ਨੇ ਵਿਸ਼ਵ ਵਿੱਚ ਸ਼ਾਂਤੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ G20 ਮੈਂਬਰਾਂ ਦੇ ਠੋਸ ਅਤੇ ਸਮੂਹਿਕ ਸੰਕਲਪ ਦੀ ਮੰਗ ਕੀਤੀ ਹੈ। ਜਦੋਂ ਵੀ ਯੁੱਧ ਵਰਗਾ ਕੋਈ ਮੁੱਦਾ ਹੁੰਦਾ ਹੈ ਤਾਂ ਦੁਨੀਆ ਧੜਿਆਂ ਵਿੱਚ ਵੰਡੀ ਜਾਂਦੀ ਹੈ, ਜਿਵੇਂ ਕਿ ਅਮਰੀਕਾ ਅਤੇ ਰੂਸ ਦਰਮਿਆਨ ਸਾਲਾਂ ਤੋਂ ਸੀਤ ਜੰਗ ਅਤੇ ਫਿਰ ਰੂਸ ਅਤੇ ਯੂਕਰੇਨ ਦੀ ਲੜਾਈ। ਅਜਿਹੇ ਮੁੱਦਿਆਂ ਨੂੰ ਹੱਲ ਕਰਨ ਲਈ ਕੋਈ ਸਹਿਮਤੀ ਨਹੀਂ ਬਣ ਪਾਉਂਦੀ। ਬਾਲੀ ਵਿੱਚ ਪ੍ਰਧਾਨ ਮੰਤਰੀ ਮੋਦੀ ਜੀ ਦਾ ਕੂਟਨੀਤੀ ਸੰਵਾਦ ਤੇ ਜੋ ਰਾਸ਼ਟਰਾਂ ਵਿੱਚ ਸਹਿਮਤੀ ਸਾਬਿਤ ਹੋਇਆ, ਜਿਸ ਨੇ ਇਹ ਯਕੀਨੀ ਬਣਾਇਆ ਕਿ G20 ਵਿਸ਼ਵ ਅਰਥਚਾਰਿਆਂ ਲਈ ਇੱਕ ਠੋਸ ਮੰਚ ਹੈ ਤੇ ਇਸ ਨੂੰ ਕਿਸੇ ਵੀ ਸਥਿਤੀ ਵਿੱਚ ਸਿਆਸੀ ਲੜਾਈ ਦੇ ਮੈਦਾਨ ਵਿੱਚ ਨਾ ਬਦਲਿਆ ਜਾਵੇ, ਤੇ ਇਸ ਤਰ੍ਹਾਂ ਉਹਨਾਂ ਨੇ ਮੰਚ ਤੇ ਆਵਾਜ਼ ਨੂੰ ਬੁਲੰਦ ਕੀਤਾ ਹੈ। G20 ਸਮਿਟ ਵਿੱਚ ਕੋਵਿਡ-19 ਤੇ ਵੀ ਚਰਚਾ ਕੀਤੀ ਗਈ ਹੈ, ਜੋ ਕਿ ਮਹਾਮਾਰੀ ਆਪਾਂ ਬਹੁਤ ਦੇਖ ਚੁੱਕੇ ਹਾਂ। ਭਾਰਤ ਦਾ ਜੋ ਯੋਗਦਾਨ ਰਿਹਾ ਹੈ ਉਸ ਬਾਰੇ ਅੰਕੁਸ਼ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਬਿਲਕੁਲ ਆਪਾਂ ਇਸ ਗੱਲ 'ਤੇ ਸਹਿਮਤ ਹਾਂ ਕਿ ਭਾਰਤ ਦਾ ਜਿਹੜਾ ਯੋਗਦਾਨ ਹੈ ਇੱਕ ਬਹੁਤ ਵੱਡਾ ਯੋਗਦਾਨ ਰਿਹਾ ਹੈ ਕੋਵਿਡ-19 ਮਹਾਮਾਰੀ ਦੇ ਨਾਲ ਲੜਨ ਦੇ ਵਿੱਚ, ਔਰ ਦੁਨੀਆ ਨੂੰ ਵੀ ਉਹਨਾਂ ਨੇ ਲੜਨ ਦੇ ਲਈ ਬਹੁਤ ਮਦਦ ਕੀਤੀ ਹੈ। ਜਿਵੇਂ ਕਿ ਅਗਰ ਵੇਖਿਆ ਜਾਵੇ ਤਾਂ ਅਫਗਾਨਿਸਤਾਨ ਅਤੇ ਬੰਗਲਾਦੇਸ਼ ਵਰਗੇ ਕਈ ਐਸੇ ਮੁਲਕ ਨੇ ਜਿਹੜੇ ਹਜੇ ਵੀ ਪਿਛੜੇ ਹੋਏ ਮੁਲਕ ਨੇ, ਜਿਹੜੇ ਹਜੇ ਤੱਕ ਇੰਨੀ ਤਰੱਕੀ ਨਹੀਂ ਕਰ ਸਕੇ ਕਿ ਉਹ ਵੈਕਸੀਨ ਜਾਂ ਦਵਾਈਆਂ ਆਪਣੇ ਮੁਲਕ ਦੇ ਵਿੱਚ ਤਿਆਰ ਕਰ ਸਕਣ, ਅਤੇ ਉਹਨਾਂ ਮੁਲਕਾਂ ਨੂੰ ਵੈਕਸੀਨ ਵੀ ਸਾਡੇ ਭਾਰਤ ਦੀ ਮੋਦੀ ਸਰਕਾਰ ਨੇ ਹੀ ਮੁਹੱਈਆ ਕਰਵਾਈ ਹੈ ਤਾਂ ਕਿ ਉਹ ਦੇਸ਼ ਇਸ ਮਹਾਮਾਰੀ ਦੇ ਪ੍ਰਕੋਪ ਤੋਂ ਬਚੇ ਰਹਿਣ। ਤੇ ਵੇਖਿਆ ਜਾਵੇ ਤਾਂ ਸਾਡੇ ਭਾਰਤ ਨੇ ਵੀ ਕਾਫੀ ਵਧੀਆ ਤਰੀਕੇ ਦੇ ਨਾਲ ਇਸ ਮਹਾਮਾਰੀ ਦੇ ਨਾਲ ਲੜਨ ਦਾ ਜਜ਼ਬਾ ਦਿਖਾਇਆ ਹੈ। ਅਗਰ ਵੇਖਿਆ ਜਾਵੇ ਤਾਂ ਜਿਹੜੇ ਵੱਡੇ ਮੁਲਕ ਨੇ ਉਹਨਾਂ ਦੇ ਵਿੱਚ ਕੋਵਿਡ-19 ਮਹਾਮਾਰੀ ਨੇ ਬਹੁਤ ਹੀ ਜ਼ਿਆਦਾ ਕਹਿ ਢਾਇਆ ਹੈ, ਜੋ ਕਿ ਅਗਰ ਵੇਖਿਆ ਜਾਵੇ ਤਾਂ ਭਾਰਤ ਦੇ ਵਿੱਚ ਉਸ ਤਰ੍ਹਾਂ ਦਾ ਭਿਆਨਕ ਮਾਹੌਲ ਵੇਖਣ ਨੂੰ ਨਹੀਂ ਮਿਲਿਆ ਕੋਵਿਡ-19 ਮਹਾਮਾਰੀ ਦੇ ਦੌਰਾਨ। ਜੀ ਹਾਂ, ਇਹ ਵੀ ਗੱਲ ਆਪਾਂ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਕਿ ਲਾਕਡਾਊਨ ਦੇ ਨਾਲ ਆਰਥਿਕ ਤੰਗੀ ਵੀ ਸਾਰੇ ਮੁਲਕਾਂ ਦੇ ਵਿੱਚ ਆਈ ਹੈ, ਪਰ ਉਸ ਦੇ ਨਾਲ ਵੀ ਭਾਰਤ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੇ ਆਪ ਨੂੰ ਨਜਿੱਠਿਆ ਹੈ। ਅਤੇ ਅੱਜ ਭਾਰਤ ਅਗਰ ਵੇਖਿਆ ਜਾਵੇ ਤਾਂ 2022 ਤੋਂ 23 ਦਾ ਜਿਹੜਾ ਵਿੱਤੀ ਵਰ੍ਹਾ ਰਿਹਾ ਹੈ ਉਸ ਦੇ ਵਿੱਚ 7% ਦੀ ਜਿਹੜੀ ਉਹਨਾਂ ਨੇ ਆਪਣੀ ਵਿਕਾਸ ਦਰ ਦਿਖਾਈ ਹੈ, ਜੋ ਕਿ ਇੱਕ ਬਹੁਤ ਵੱਡੀ ਵਿਕਾਸ ਦਰ ਹੈ ਬਾਕੀ ਦੁਨੀਆ ਦੇ ਮੁਕਾਬਲੇ ਦੇ ਵਿੱਚ। ਜੀ ਬਿਲਕੁਲ, ਭਾਰਤ ਨੇ ਕੋਵਿਡ ਮਹਾਮਾਰੀ ਫੰਡ ਰਾਹੀਂ ਜਿਹੜੇ ਪਛੜੇ ਦੇਸ਼ ਸੀ ਉਹਨਾਂ ਵਿਚਕਾਰ ਟਿਕਾਊ ਵਿਕਾਸ, ਬਹੁਪੱਖੀ ਸੁਧਾਰਾਂ ਅਤੇ ਸਹਿਯੋਗ ਦੇ ਮੁੱਦਿਆਂ ਨੂੰ ਉਠਾਉਣ ਵਿੱਚ ਇੱਕ ਪ੍ਰਮੁੱਖ ਭੂਮਿਕਾ ਜਿਹੜੀ ਹੈ ਉਹ ਨਿਭਾਈ ਹੈ। ਕੋਵਿਡ-19 ਤੋਂ ਭਾਰਤ ਨੇ ਵਿਸ਼ਵ ਰਾਹਤ ਕੋਸ਼ ਵਿੱਚ 10 ਮਿਲੀਅਨ ਅਮਰੀਕੀ ਡਾਲਰ ਦਾ ਯੋਗਦਾਨ ਦਿੱਤਾ ਹੈ, ਜੋ ਕਿ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਹੈ ਵਿਸ਼ਵ ਨੂੰ ਇੱਕ ਅੱਛੇ ਰਾਹ 'ਤੇ ਪਾਉਣ ਲਈ ਅਤੇ ਉਸ ਦੀ ਅਰਥ ਵਿਵਸਥਾ ਨੂੰ ਚੁੱਕਣ ਲਈ। ਉਸ ਦੀ ਜਨਤਾ ਨੂੰ ਉਸ ਦਾ ਖਿਆਲ ਰੱਖਦਿਆਂ ਹੋਇਆ ਭਾਰਤ ਨੇ ਇੱਕ ਬਹੁਤ ਹੀ ਅਹਿਮ ਭੂਮਿਕਾ ਨਿਭਾਈ ਹੈ। G20 ਸਮਿਟ ਵਿੱਚ ਅਜਿਹੇ ਹੋਰ ਵੀ ਅਨੇਕਾਂ ਮੁੱਦੇ ਹਨ ਜਿਸ ਦਾ ਜ਼ਿਕਰ ਕੀਤਾ ਗਿਆ ਹੈ। ਤੁਹਾਨੂੰ ਸੌਰਵ ਕੀ ਲੱਗਦਾ ਹੈ ਕਿ ਭਾਰਤ ਦੀ ਇਸ ਵਿੱਚ ਕੀ ਭੂਮਿਕਾ ਰਹੀ ਹੈ? ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਪਵੇਗਾ ਕਿ ਜਿਹੜਾ ਇਹ ਯੁੱਗ ਹੈ ਭਾਰਤ ਦੇ ਲਈ ਇਹ ਦਰਸਾਉਣਾ ਕਿ ਵਸੁਧੈਵ ਕੁਟੁੰਬਕਮ, ਜੋ ਕਿ ਉਹ ਇੱਕ ਸ਼ਲੋਕ ਦੇ ਰਾਹੀਂ ਇਹ ਜ਼ਾਹਿਰ ਕੀਤਾ ਜਾਂਦਾ ਹੈ, ਅਯਮ ਨਿਜਮ ਪਰੋਵੇਤੀ ਗਣਨਾ ਲਘੂ ਚੇਤਸਾਮ ਉਦਾਰ ਚਰਿਤਾਨਾਮ ਤੂ ਵਸੁਧੈਵ ਕੁਟੁੰਬਕਮ, ਜੋ ਕਿ ਵਨ ਫੈਮਿਲੀ, ਵਨ ਨੇਸ਼ਨ ਅਤੇ ਵਨ ਵਰਲਡ ਦਾ ਜਿਹੜਾ ਨਾਰਾ ਹੈ ਇਹ ਭਾਰਤ ਪ੍ਰਦਰਸ਼ਿਤ ਕਰਦਾ ਹੈ G20 ਦੀ ਪ੍ਰਧਾਨਗੀ ਕਰਦੇ ਰਾਹੀਂ। ਲੇਕਿਨ ਸਾਨੂੰ ਇਹ ਦੇਖਣਾ ਪਵੇਗਾ ਕਿ ਰਸ਼ੀਆ ਅਤੇ ਯੂਕਰੇਨ ਦੀ ਵਾਰ ਦੇ ਨਾਲ ਇਸ ਦੀ ਲੜਾਈ ਵਗਰੋਂ ਜਿਹੜਾ ਪੂਰਾ ਵਿਸ਼ਵ ਹੈ ਉਹ ਇੱਕ ਬਾਈਪੋਲਰ ਅਤੇ ਯੂਨੀਪੋਲਰ ਸਮਾਜ ਵਿੱਚ ਬਣ ਚੁੱਕਾ ਹੈ।
ਲੇਕਿਨ ਇਸ ਨੂੰ ਮਲਟੀਲੇਟਰਲ ਸਮਾਜ ਬਣਾਉਣ ਦੀ ਇੱਕ ਦੌੜ ਹੈ, ਕਿਉਂਕਿ ਇਹ ਸਾਨੂੰ ਸਾਡੀ ਫਿਲਾਸਫੀ ਅਤੇ ਸਾਡੇ ਪੁਰਾਤਨ ਸਮੇਂ ਦੇ ਵਿੱਚ ਵੀ ਭਾਰਤ ਦਾ ਹਮੇਸ਼ਾ ਇਹੀ ਸਟੈਂਡ ਰਿਹਾ ਹੈ ਕਿ ਉਸਨੇ ਵਿਸ਼ਵ ਪੱਧਰ ਤੇ ਵਿਸ਼ਵ ਦੀ ਸ਼ਾਂਤੀ ਅਤੇ ਵਿਸ਼ਵ ਦੀ ਤਰੱਕੀ ਦੀ ਗੱਲ ਕੀਤੀ ਹੈ। ਦੂਜੀ ਗੱਲ ਇਹ ਕਿ ਕਲਾਈਮੇਟ ਚੇਂਜ ਇੱਕ ਬਹੁਤ ਵੱਡਾ ਮੁੱਦਾ ਰਿਹਾ ਹੈ ਜੋ ਕਿ ਬਹੁਤ ਪ੍ਰਭਾਵਿਤ ਕਰਦਾ ਹੈ ਗਰੀਬ ਮੁਲਕਾਂ ਨੂੰ, ਅਤੇ ਇਸ ਤੇ ਚਾਨਣਾ ਪਾਣਾ, ਇਸ ਨੂੰ ਇੱਕ ਮੁੱਦਾ ਬਣਾਉਣਾ ਤਾਂ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਸਸਟੇਨੇਬਲ ਡਿਵੈਲਪਮੈਂਟ ਗੋਲਸ ਨੂੰ ਪ੍ਰਾਪਤ ਕਰ ਸਕੀਏ। ਦੂਜੀ ਗੱਲ ਇਹ ਭਾਰਤ ਵਾਸਤੇ ਇਹ ਵੀ ਇੱਕ ਬਹੁਤ ਵੱਡਾ ਵਿਸ਼ਾ ਰਹੇਗਾ ਕਿ ਇੱਕ ਪਾਸੇ ਤਾਂ ਉਹ ਰਸ਼ੀਆ ਤੇ ਯੂਕਰੇਨ ਦੀ ਵਾਰ ਨੂੰ ਰੋਕਣਾ ਚਾਹੁੰਦਾ ਹੈ, ਲੇਕਿਨ ਭਾਰਤ ਨੇ NPT ਦਾ ਜਿਹੜੀ ਟ੍ਰੀਟੀ ਸੀਗੀ, ਨਾਨ ਪ੍ਰੋਲੀਫਰੇਸ਼ਨ ਆਫ ਨਿਊਕਲੀਅਰ ਵੈਪਨਸ, ਉਹਨੇ ਉਹ ਸਾਈਨ ਨਹੀਂ ਕੀਤੀ ਸੀ, ਉਸ ਤੇ ਹਸਤਾਖਰ ਨਹੀਂ ਕੀਤੇ ਸੀਗੇ। ਤੇ ਕਿਸ ਤਰ੍ਹਾਂ ਉਹ ਨਿਊਕਲੀਅਰ ਵੈਪਨਸ ਦੀ ਜਿਹੜੀ ਲੜਾਈ ਹੈ ਜੋ ਕਿ ਮਾਸ ਡਿਸਟਰਕਸ਼ਨ ਕਰਦੀ ਹੈ ਉਸ ਨੂੰ ਰੋਕਿਆ ਕਿਵੇਂ ਜਾ ਸਕਦਾ ਹੈ। ਨਾਲੇ ਇੱਕ ਮਲਟੀਲੇਟਰਲ ਇੰਸਟੀਟਿਊਸ਼ਨਸ ਬਣਾਉਣਾ ਜੋ ਕਿ ਪੂਰੇ ਸੰਸਾਰ ਦੀ ਸਮੱਸਿਆਵਾਂ ਨੂੰ ਸਮਝਦੇ ਹੋਏ ਉਸ ਦਾ ਸਮਾਧਾਨ ਕੱਢਣ। ਸਾਨੂੰ ਇਹ ਵੀ ਦੇਖਣਾ ਪਵੇਗਾ ਕਿ ਅੱਜ ਦੇ ਤੌਰ ਦੇ ਵਿੱਚ ਜਿਹੜੇ ਵਿੱਤ ਸੰਕਟ ਸਾਹਮਣੇ ਆ ਰਿਹਾ ਹੈ ਉਸ ਦੇ ਵਿੱਚ ਆਪਾਂ ਆਰਥਿਕ ਤੌਰ ਤੇ ਤਾਂ ਬਹੁਤ ਤਰੱਕੀ ਕਰ ਰਹੇ ਹਾਂ, ਲੇਕਿਨ ਆਰਥਿਕ ਪਾੜਾ ਨੂੰ ਦੂਰ ਨਹੀਂ ਕਰ ਪਾ ਰਹੇ ਹਾਂ, ਜੋ ਕਿ ਅਮੀਰ ਗਰੀਬ ਦਾ ਪਾੜਾ ਹੈ ਉਹ ਬਹੁਤ ਵੱਧਦਾ ਜਾ ਰਿਹਾ ਹੈ। ਲੇਕਿਨ ਹੁਣ ਭਾਰਤ ਕੋ ਇਸ ਦੀ ਪ੍ਰਧਾਨਗੀ ਆਈ ਹੈ ਤੇ ਭਾਰਤ ਆਪਣੀ ਗਾਂਧੀਅਨ ਅਪਰੋਚ ਦੇ ਨਾਲ, ਜੋ ਕਿ ਸਵਰਾਜ, ਸੱਤਿਆਗ੍ਰਹਿ ਅਤੇ ਸਰਵੋਧਿਆਏ, ਅਤੇ ਮਨਮੋਹਨ ਸਿੰਘ ਨੇ ਜੋ ਕਿ 1991 ਦੇ ਵਿੱਚ LPG ਦੀ ਜਿਹੜੀ ਪਾਲਿਸੀ ਲੈ ਕੇ ਆਏ ਸੀਗੇ, ਉਸ ਦੇ ਨਾਲ ਭਾਰਤ ਨੂੰ ਇੱਕ ਵਿਕਾਸਸ਼ੀਲ ਦੇਸ਼ ਤੋਂ ਵਿਕਸਿਤ ਤੌਰ ਦੀ ਦੌੜ ਦੇ ਵਿੱਚ ਅਵਲ ਰੱਖਿਆ ਹੈ। ਅਤੇ ਇਸ ਸਮੇਂ ਦੇ ਸਾਡੇ RBI ਗਵਰਨਰ ਸ਼ਾਂਤੀ ਕਾਂਤਾ ਦਾਸ ਜੀ ਨਾਲ ਵੀ ਬਹੁਤ ਵੱਡਾ ਸਹਿਯੋਗ ਰਿਹਾ ਹੈ। ਜੀ, PM ਮੋਦੀ ਜੀ ਨੇ G20 ਸਿਖਰ ਸੰਮੇਲਨ ਦਾ ਨਾਰਾ ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ ਪਹਿਲਾਂ ਹੀ ਜਾਰੀ ਕਰ ਚੁੱਕੇ ਸਨ। G20 ਸੰਮੇਲਨ ਦੇ ਮੌਕੇ ਤੇ PM ਮੋਦੀ ਜੀ ਨੇ ਬਾਲੀ 'ਚ G20 ਸਮੂਹ ਨੇਤਾਵਾਂ ਦੇ ਸਹਿਯੋਗ ਨਾਲ ਸਮਾਜਿਕ ਵਿਕਾਸ ਨੂੰ ਮਜ਼ਬੂਤ ਕਰਨਾ, ਭੋਜਨ ਅਤੇ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣਾ, ਸਿਹਤ ਅਤੇ ਡਿਜੀਟਲ ਪਰਿਵਰਤਨ ਨਾਲ ਸੰਬੰਧਿਤ ਮੁੱਦਿਆਂ ਉੱਤੇ ਵਿਆਪਕ ਚਰਚਾ ਕੀਤੀ। ਇਸ ਤੋਂ ਇਲਾਵਾ ਨਿਰੰਤਰ ਵਿਕਾਸ, ਮਹਿਲਾ ਸ਼ਕਤੀਕਰਨ, ਤਕਨੀਕ ਅਨੁਕੂਲ ਵਿਕਾਸ, ਜਲ ਵਿਵਸਥਾ, ਪੋਸ਼ਣ, ਵਾਤਾਵਰਣ ਸੁਰੱਖਿਆ ਅਤੇ ਊਰਜਾ ਸੁਰੱਖਿਆ ਨਾਲ ਸੰਬੰਧਿਤ ਵਿਸ਼ਵ ਮੁੱਦੇ ਵੀ ਇਸ ਵਿੱਚ ਸ਼ਾਮਿਲ ਸਨ। ਇਹਨਾਂ ਮੁੱਦਿਆਂ ਰਾਹੀਂ ਭਾਰਤ ਨੇ ਆਪਣੇ ਵਿਚਾਰ ਬਾਕੀ ਦੇਸ਼ਾਂ ਨਾਲ ਸਾਂਝੇ ਕਰ ਇੱਕ ਅਹਿਮ ਭੂਮਿਕਾ ਨਿਭਾਈ। ਅੱਜ ਦਾ ਜਿਹੜਾ ਯੁੱਗ ਹੈ ਉਹ ਤਕਨੀਕੀ ਯੁੱਗ ਹੈ। G20 ਸਮਿਟ ਵਿੱਚ ਜਿਹੜੀ ਤਕਨੀਕੀ ਪਰਿਵਰਤਨ ਦਾ ਜ਼ਿਕਰ ਹੋਇਆ, ਮੈਂ ਚਾਹੁੰਦੀ ਹਾਂ ਕਿ ਅੰਜਲੀ ਤੁਸੀਂ ਉਸ ਤੇ ਥੋੜੀ ਚਾਨਣਾ ਪਾਓ। ਜੀ ਬਿਲਕੁਲ ਆਂਚਲ ਜੀ, ਅੱਜ ਦਾ ਜਿਹੜਾ ਯੁੱਗ ਹੈ ਤਕਨੀਕੀ ਯੁੱਗ ਹੈ ਅਤੇ ਡਿਜੀਟਲਾਈਜੇਸ਼ਨ ਨੂੰ ਲੈ ਕੇ ਸਮੇਂ-ਸਮੇਂ 'ਤੇ G20 ਦੇ ਅਧੀਨ ਕਈ ਸਾਰੀ ਜਿਹੜੀ ਮੀਟਿੰਗਸ ਨੇ ਉਹ ਆਪਣੇ ਭਾਰਤ ਦੇ ਵਿੱਚ ਕਰਵਾਈ ਜਾ ਰਹੀਆਂ ਨੇ, ਅਤੇ ਵੱਖੋ ਦੇਸ਼ ਦੇ ਜਿਹੜੇ ਅਧਿਕਾਰੀ ਨੇ ਜਾਂ ਕਹਿ ਲਓ ਕਿ ਆਪਣੇ ਖੇਤਰਾਂ ਵਿੱਚ ਜੋ ਮਾਹਿਰ ਨੇ ਉਹ ਭਾਰਤ ਵਿੱਚ ਆ ਰਹੇ ਨੇ ਅਤੇ ਇਹਨਾਂ ਮੀਟਿੰਗਾਂ ਦੇ ਵਿੱਚ ਹਿੱਸਾ ਲੈ ਰਹੇ ਨੇ। ਅਤੇ ਇਸ ਮੀਟਿੰਗ ਵਿੱਚ PM ਮੋਦੀ ਜੀ ਨੇ G20 ਨੇਤਾਵਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਡਿਜੀਟਲ ਪਰਿਵਰਤਨ ਦੇ ਲਾਭ ਸਾਰਿਆਂ ਤੱਕ ਪਹੁੰਚਣੇ ਚਾਹੀਦੇ ਹਨ। ਇਹ ਲਾਭ ਕੁਝ ਲੋਕਾਂ ਤੱਕ ਸੀਮਿਤ ਨਹੀਂ ਰਹਿਣੇ ਚਾਹੀਦੇ। ਡਿਜੀਟਲ ਤਕਨੀਕ ਦੇ ਭਾਰਤ ਵਿੱਚ ਉਦਾਹਰਣ ਦਿੰਦੇ ਹੋਏ PM ਮੋਦੀ ਜੀ ਨੇ ਭਾਰਤ ਦਾ ਲਗਭਗ 40% ਜਿਹੜਾ ਭੁਗਤਾਨ ਲੈਣ ਦੇਣ ਪਹਿਲਾਂ ਹੀ ਡਿਜੀਟਲ ਤਕਨੀਕਾਂ ਦੁਆਰਾ ਕੀਤਾ ਹੈ ਅਤੇ ਦੇਸ਼ ਦੇ ਡਿਜੀਟਲ ਪਛਾਣ ਦੇ ਆਧਾਰ 'ਤੇ 460 ਮਿਲੀਅਨ ਨਵੇਂ ਬੈਂਕ ਖਾਤੇ ਖੋਲ੍ਹੇ ਹਨ, ਜਿਸ ਨਾਲ ਅੱਜ ਵਿੱਤੀ ਸਮਾਵੇਸ਼ ਵਿੱਚ ਭਾਰਤ ਇੱਕ ਵਿਸ਼ਵ ਪੱਧਰੀ ਨੇਤਾ ਬਣ ਗਿਆ ਹੈ। ਅਤੇ ਮੀਟਿੰਗਾਂ ਜਿਹੜੀਆਂ ਨੇ ਵੱਖ ਟਾਈਮ 'ਤੇ ਹੁੰਦੀਆਂ ਜਾ ਰਹੀਆਂ ਨੇ ਅਤੇ ਕਈ ਸਾਰੀ ਜਿਹੜੀਆਂ ਨੇ ਭਾਰਤ ਜਿਹੜਾ ਹੈ ਮੈਨੂੰ ਲੱਗਦਾ ਹੈ ਕਿ ਡਿਵੈਲਪਿੰਗ ਜਿਹੜਾ ਵਾ ਇੱਕ ਨੇਸ਼ਨ ਤੋਂ ਡਿਵੈਲਪਡ ਬਣਨ ਦੇ ਰਸਤੇ ਉੱਤੇ ਚੱਲ ਪਿਆ ਹੈ। ਜੀ ਬਿਲਕੁਲ, ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਇਸ ਦੇ ਨਾਲ ਭਾਰਤ $5 ਟ੍ਰਿਲੀਅਨ ਅਰਥ ਵਿਵਸਥਾ ਵੱਲ ਬੜੀ ਹੀ ਤੇਜ਼ੀ ਦੇ ਨਾਲ ਵੱਧ ਰਿਹਾ ਹੈ। ਇਸ ਸੰਬੰਧ ਵਿੱਚ G20 ਦੀ ਪ੍ਰਧਾਨਗੀ ਦਾ ਇਸ ਉੱਤੇ ਇੱਕ ਗਹਿਰਾ ਪ੍ਰਭਾਵ ਰਿਹਾ ਹੈ। ਅਤੇ ਸੌਰਵ, ਤੁਸੀਂ ਮੈਨੂੰ ਦੱਸੋ ਕਿ ਉਹ ਕਿਸ ਤਰ੍ਹਾਂ ਦਾ ਗਹਿਰਾ ਪ੍ਰਭਾਵ ਜਿਹੜਾ ਹੈ ਉਹ ਰਹੇਗਾ ਇਸ 'ਤੇ। ਸਾਨੂੰ ਇਹ ਦੇਖਣ ਨੂੰ ਮਿਲਦਾ ਹੈ ਕਿ ਭਾਰਤ ਅੱਜ $3.4 ਟ੍ਰਿਲੀਅਨ ਦੀ ਇਕੋਨਮੀ ਬਣ ਚੁੱਕਾ ਹੈ ਅਤੇ ਉਹ $5 ਟ੍ਰਿਲੀਅਨ ਦੀ ਇਕੋਨਮੀ ਦੀ ਦੌੜ ਦੇ ਵਿੱਚ ਹੈ। ਇਸ ਦੇ ਵਿੱਚ ਸਾਨੂੰ ਇਹ ਸਮਝਣਾ ਹੋਵੇਗਾ ਕਿ ਭਾਰਤ ਆਤਮ ਨਿਰਭਰ ਦੀ ਗੱਲ ਕਰਦਾ ਹੈ ਅਤੇ ਉਸ ਦੀ ਜਿਹੜੀ ਗਰੋਥ ਹੈ ਉਹ ਬਾਹਰਲੀ ਪੱਖੋਂ ਤੋਂ ਘੱਟ ਸਗੋਂ ਡੋਮੈਸਟਿਕ ਕੰਜ਼ੰਪਸ਼ਨ ਤੋਂ ਜ਼ਿਆਦਾ ਹੋ ਰਹੀ ਹੈ। ਲੇਕਿਨ ਜੇ ਆਪਾਂ $5 ਟ੍ਰਿਲੀਅਨ ਦੀ ਇਕੋਨਮੀ ਬਣਨਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਨਿਰਯਾਤ 'ਤੇ ਵੀ ਧਿਆਨ ਦੇਣਾ ਪਵੇਗਾ। ਨਿਰਯਾਤ ਦੇ ਵਿੱਚ ਕਈ ਉਤਾਰ ਚੜਾਵ ਆਉਗੇ ਅਤੇ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਨੂੰ ਕੁਝ ਨੀਤੀਆਂ ਬਣਾਉਣੀਆਂ ਪਊਗੀਆਂ। ਸਾਨੂੰ ਆਪਣਾ ਨੈਸ਼ਨਲ ਲੌਜਿਸਟਿਕ ਪਾਲਿਸੀ ਬਣਾਉਣੀ ਪਊਗੀ।
ਸਾਨੂੰ ਨੈਸ਼ਨਲ ਇਨਫਰਾਸਟ੍ਰਕਚਰ ਪਾਈਪਲਾਈਨ ਦਾ ਵੀ ਨਿਰਮਾਣ ਕਰਨਾ ਪਵੇਗਾ, ਜਿਸ ਕਾਰਨ ਸਾਡਾ ਨਿਰਯਾਤ ਵਧਿਆ ਜਾ ਸਕੇ। ਦੂਜੀ ਗੱਲ ਇਹ ਕਿ ਸਿੱਖਿਆ ਦੇ ਖੇਤਰ ਦੇ ਵਿੱਚ ਅੱਜ ਆਪਾਂ ਸਾਰੇ ਵਿਦਿਆਰਥੀ ਹਾਂ, ਇਸ ਪੈਨਲ 'ਤੇ ਵੀ ਵਿਦਿਆਰਥੀ ਬੈਠੇ ਹਨ। ਸਿੱਖਿਆ ਦੇ ਖੇਤਰ ਦੇ ਵਿੱਚ ਕਾਫੀ ਸਿੱਖਿਆ ਪ੍ਰਾਪਤ ਕੀਤੀ ਹੋਈ ਹੈ, ਲੇਕਿਨ ਇਹ ਸਿੱਖਿਆ ਬਿਜ਼ਨਸ ਓਰੀਐਂਟਡ ਹੋਵੇ ਅਤੇ ਸਕਿੱਲ ਇੰਡੀਆ ਵੱਲ ਜ਼ਿਆਦਾ ਧਿਆਨ ਦਿੱਤਾ ਜਾਵੇ ਤਾਂ ਕਿ ਹਿਊਮਨ ਰਿਸੋਰਸ ਡਿਵੈਲਪਮੈਂਟ ਹੋਈ ਜਾ ਸਕੇ। ਜੇ ਆਪਾਂ ਇਸ ਸਿੱਖਿਆ ਨੂੰ ਬਿਜ਼ਨਸ ਓਰੀਐਂਟਡ ਬਣਾਵਾਂਗੇ ਤਾਂ ਸਾਡਾ ਸਮਾਜ ਜਿਹੜਾ ਹੈ ਆਤਮ ਨਿਰਭਰ ਵੀ ਹੋਵੇਗਾ ਅਤੇ 5 ਟ੍ਰਿਲੀਅਨ ਦੀ ਦੌੜ ਦੇ ਵਿੱਚ ਆਪਾਂ ਹੋਰ ਕਦਮ ਅੱਗੇ ਪੁੱਟ ਸਕਾਂਗੇ। ਤੀਜੀ ਗੱਲ ਇਹ ਕਿ ਭਾਰਤ ਇੱਕ ਸੈਲਫ ਰਿਲਾਇੰਟ ਇਕੋਨਮੀ ਵੀ ਬਣਨਾ ਚਾਹੁੰਦਾ ਹੈ। ਆਪਾਂ ਕਰੋਨਾ ਕਾਲ ਦੇ ਵਿੱਚ ਦੇਖਿਆ ਹੀ ਹੈ ਕਿ PPE ਕਿੱਟ ਕਰੋਨਾ ਕਾਲ ਦੇ ਵਿੱਚ ਉਹਦੀ ਕਿੱਲਤ ਪੈ ਗਈ ਸੀ, ਜੋ ਭਾਰਤ ਦੇ ਵਿੱਚ ਪਹਿਲਾਂ ਬਿਲਕੁਲ ਨਹੀਂ ਬਣਦੀ ਸੀਗੀ, ਲੇਕਿਨ ਅੱਜ ਉਸ ਦਾ ਨਿਰਯਾਤ ਹੋ ਰਿਹਾ ਹੈ। ਇਹ ਸਾਫ਼ ਤੌਰ 'ਤੇ ਦਰਸਾਉਂਦਾ ਹੈ ਕਿ ਭਾਰਤ ਦੀ ਅਰਥ ਵਿਵਸਥਾ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਸਾਨੂੰ ਸਪਲਾਈ ਚੇਨ ਨੂੰ ਵੀ ਡਾਇਵਰਸੀਫਾਈ ਕਰਨਾ ਚਾਹੀਦਾ ਹੈ, ਜਿਸ ਕਰਕੇ ਭਾਰਤ ਇੱਕ ਨਵੇਂ ਮੁਕਾਮ ਨੂੰ ਹਾਸਿਲ ਕਰ ਸਕਦਾ ਹੈ। ਜੀ ਬਿਲਕੁਲ, G20 ਦਾ ਸਮੂਹ ਮਹੱਤਵਪੂਰਨ ਇਸ ਲਈ ਬਣ ਜਾਂਦਾ ਹੈ ਕਿਉਂਕਿ ਵਿਸ਼ਵ ਸਤਰ ਤੇ ਸਰਕਾਰੀ ਮੁਖੀ ਨੂੰ ਇੱਕ ਮੰਚ ਤੇ ਲਿਆ ਕੇ ਵਿਸ਼ਵ ਵਿੱਤ ਸੰਕਟਾਂ ਦੇ ਸਮਾਧਾਨ ਕਰਨਾ ਤੇ ਮਿਲ ਜੁਲ ਕੇ ਕੰਮ ਕਰਨ ਦਾ ਇਹ ਇੱਕ ਮੌਕਾ ਪ੍ਰਦਾਨ ਕਰਦਾ ਹੈ। ਇਸ ਵਿੱਚ ਹੋਈਆਂ ਵੱਖ-ਵੱਖ ਵਿਸ਼ਿਆਂ ਤੇ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਹਨ, ਉਹ ਆਪਣੇ ਆਪ ਵਿੱਚ ਇੱਕ ਬਹੁਤ ਹੀ ਵੱਡੀ ਪ੍ਰਾਪਤੀ ਹੈ ਤੇ ਕਿਸ ਤਰ੍ਹਾਂ ਆਪਾਂ ਦੇਸ਼ ਦੀ ਅਰਥ ਵਿਵਸਥਾ ਨੂੰ ਉੱਤੇ ਉਠਾਉਣਾ ਹੈ ਅਤੇ ਕਿਸ ਤਰ੍ਹਾਂ ਇਕਜੁੱਟ ਹੋ ਕੇ ਬਾਕੀ ਵਿਸ਼ਵ ਦੇ ਨਾਲ ਰਲ ਕੇ ਅਸੀਂ ਕੰਮ ਕਰਨਾ ਹੈ ਅਤੇ ਪੂਰੇ ਦੇ ਪੂਰੇ ਦੇਸ਼ ਅਤੇ ਵਿਸ਼ਵ ਨੂੰ ਅੱਗੇ ਲੈ ਕੇ ਜਾਣਾ ਹੈ, ਜਿਸ ਵਿੱਚ ਭਾਰਤ ਇੱਕ ਅਹਿਮ ਭੂਮਿਕਾ ਨਿਭਾ ਰਿਹਾ ਹੈ। ਤੇ ਅਸੀਂ ਉਮੀਦ ਕਰਦੇ ਹਾਂ ਕਿ ਭਾਰਤ ਨੂੰ ਜਿਹੜੀ ਇਹ ਪ੍ਰਧਾਨਗੀ ਦਾ ਮੌਕਾ ਮਿਲਿਆ ਹੈ ਉਹ ਇਸ ਵਿੱਚ ਜ਼ਰੂਰ ਖਰਾ ਉਤਰੇਗਾ ਤੇ ਇਸ ਦੇ ਨਾਲ ਹੀ ਅਸੀਂ ਹੋਰ ਵੀ ਜਿਹੜੇ ਚਰਚੇ ਹਨ ਉਸ ਤੇ ਜ਼ਿਕਰ ਕਰਦੇ ਰਵਾਂਗੇ ਤੇ ਉਸ ਦੇ ਉੱਤੇ ਪੂਰਾ ਖਰਾ ਵੀ ਉਤਰਾਂਗੇ। ਪ੍ਰਧਾਨ ਮੰਤਰੀ ਮੋਦੀ ਜੀ ਨੇ ਵੱਖ-ਵੱਖ ਸਕੀਮਾਂ ਦਾ ਜਿਹੜਾ ਹੁਣ ਜ਼ਿਕਰ ਕਰ ਚੁੱਕੇ ਹਨ ਉਹ ਇਸ G20 ਦੀ ਮੀਟਿੰਗ ਵਿੱਚ। ਮੈਂ ਚਾਹੁੰਦੀ ਹਾਂ ਕਿ ਅੰਕੁਸ਼ ਤੁਸੀਂ ਉਹਨਾਂ ਸਕੀਮਾਂ ਬਾਰੇ ਥੋੜੀ ਜਿਹੀ ਚਾਨਣਾ ਪਾਓ ਤੇ ਪ੍ਰਧਾਨ ਮੰਤਰੀ ਜੀ ਅਰਥ ਵਿਵਸਥਾ ਨੂੰ ਉੱਤੇ ਚੱਕਣ ਲਈ ਹੋਰ ਜੋ ਪ੍ਰਯਾਸ ਕਰ ਰਹੇ ਹਨ ਉਹਨਾਂ ਬਾਰੇ ਤੁਸੀਂ ਥੋੜਾ ਜਿਹਾ ਦੱਸੋ। ਦੇਖੋ, ਹੁਣ ਤੱਕ ਜਿਹੜੇ G20 ਦੇ ਜਿੰਨੇ ਸੰਮੇਲਨ ਹੋ ਚੁੱਕੇ ਨੇ ਉਹਨਾਂ ਦੇ ਵਿੱਚ ਹਜੇ ਮਤਲਬ ਕਿ ਗਲੋਬਲ ਟ੍ਰੇਡ, ਜਿਹਨੂੰ ਕਿ ਆਪਾਂ ਕਹਿ ਸਕਦੇ ਹਾਂ ਵੈਸ਼ਵਿਕ ਪੱਧਰ ਦੇ ਉੱਤੇ ਜਿਹੜਾ ਵਪਾਰ ਹੈ ਉਹਨੂੰ ਵਧਾਉਣ ਦੇ ਲਈ ਵੀ ਪ੍ਰਯਤਨ ਕੀਤੇ ਗਏ ਨੇ ਅਤੇ ਹੋਰ ਭਾਰਤ ਦੇ ਵਿੱਚ ਜਿੰਨਾ ਡਿਜੀਟਲਾਈਜੇਸ਼ਨ ਹੁਣ ਤੱਕ ਹੋਇਆ ਹੈ ਉਸ ਨੂੰ ਵੀ ਵਧਾਉਣ ਦੀ ਗੱਲ ਕੀਤੀ ਗਈ ਹੈ। ਦੂਸਰੀ ਗੱਲ ਕਿ ਭਾਰਤ ਦੇ ਵਿੱਚ ਕੌਸ਼ਲ ਵਿਕਾਸ ਯੋਜਨਾ ਜਿਹੜੀ ਹੈ ਉਹ ਪ੍ਰਧਾਨ ਮੰਤਰੀ ਜੀ ਨੇ ਲਾਗੂ ਕੀਤੀ ਸੀ, ਉਸ ਨੂੰ ਵੀ ਥੋੜ੍ਹਾ ਜਿਹਾ ਹੋਰ ਅੱਗੇ ਆਪਾਂ ਨੂੰ ਉਸ ਨੂੰ ਹੋਰ ਵਧਾਉਣ ਦੀ ਲੋੜ ਹੈ ਤਾਂ ਕਿ ਹੋਰ ਉਹਨੂੰ ਵਧੀਆ ਕੀਤਾ ਜਾ ਸਕੇ। ਕਿਉਂਕਿ ਜਿਸ ਤਰ੍ਹਾਂ ਦਾ ਭਾਰਤ ਅੱਜ 5ਵੇਂ ਨੰਬਰ ਦੀ ਅਰਥ ਵਿਵਸਥਾ ਹੈ ਉਹ ਦੂਸਰੇ ਤੀਸਰੇ ਨੰਬਰ 'ਤੇ ਵੀ ਜਾ ਸਕਦੀ ਹੈ। ਚੀਨ ਨੂੰ ਵੀ ਅਸੀਂ ਹੋਰ ਆਉਣ ਵਾਲੇ 1-2 ਸਾਲਾਂ ਦੇ ਵਿੱਚ ਪਛਾੜ ਸਕਦੇ ਹਾਂ। ਇਹ IMF ਦੇ ਇੱਕ ਰਿਪੋਰਟ ਦੇ ਅਨੁਸਾਰ ਕਿਹਾ ਗਿਆ ਹੈ। G20 ਸਮਿਟ ਦੇ ਵਿੱਚ ਹੁਣ ਤੱਕ ਦੀਆਂ ਮੀਟਿੰਗਾਂ ਦੇ ਵਿੱਚ ਡਿਜੀਟਲਾਈਜੇਸ਼ਨ ਨੂੰ ਵਧਾਉਣਾ, ਭਾਰਤ ਦਾ ਜਿਹੜਾ ਵਿਸ਼ਵਿਕ ਪੱਧਰ ਦੇ ਉੱਤੇ ਵਪਾਰ ਹੈ ਉਸ ਨੂੰ ਵਧਾਉਣ ਦੇ ਉੱਤੇ ਅਤੇ ਸਸਟੇਨੇਬਲ ਡਿਵੈਲਪਮੈਂਟ ਗੋਲਸ ਕਿ ਜਿੱਦਾਂ ਮਤਲਬ ਕਿ ਅਗਰ ਜੋ ਕੁਝ ਵੀ ਆਪਣੇ ਜੋ ਕੁਦਰਤੀ ਸੰਸਾਧਨ ਨੇ ਅਸੀਂ ਉਹਨਾਂ ਨੂੰ ਬਚਾ ਸਕੀਏ ਤਾਂ ਕਿ ਉਹ ਜਿਹੜੇ ਆ ਉਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਬਚੇ ਰਹਿਣ। ਅਤੇ ਜਲਵਾਯੂ ਪਰਿਵਰਤਨ ਦਾ ਮੁੱਦਾ ਵੀ ਇਸ ਦੇ ਵਿੱਚ ਕਾਫੀ ਜ਼ਿਆਦਾ ਉਹਦੇ ਬਾਰੇ ਵੀ ਗੱਲ ਕੀਤੀ ਗਈ ਕਿਉਂਕਿ ਜਲਵਾਯੂ ਪਰਿਵਰਤਨ ਅੱਜ ਬਹੁਤ ਹੀ ਵੱਡਾ ਮੁੱਦਾ ਹੈ ਜੋ ਅੱਜ ਵਿਕਸਿਤ ਹੋਏ ਦੇਸ਼ਾਂ ਨੂੰ ਵੀ ਬੜੀ ਦਿੱਕਤ ਪੇਸ਼ ਕਰ ਰਿਹਾ ਹੈ। ਜਿਵੇਂ ਕਿ ਪੈਰਿਸ ਐਗਰੀਮੈਂਟ ਦੇ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਮੁਲਕਾਂ ਨੇ ਪੈਰਿਸ ਐਗਰੀਮੈਂਟ ਨੂੰ ਸਾਈਨ ਕੀਤਾ ਹੈ ਉਹ ਮੁਲਕ ਜਲਵਾਯੂ ਪਰਿਵਰਤਨ ਦੀ ਰੋਕਥਾਮ ਲਈ ਯਤਨ ਕਰ ਰਹੇ ਹਨ ਅਤੇ ਕੁਝ ਮੁਲਕ ਐਸੇ ਵੀ ਨੇ ਜਿਨ੍ਹਾਂ ਨੇ ਉਸ ਪੈਰਿਸ ਐਗਰੀਮੈਂਟ ਨੂੰ ਸਾਈਨ ਨਹੀਂ ਕੀਤਾ ਹੋਇਆ, ਪਰ ਉਹ ਵੀ ਆਪਣੇ ਤੌਰ 'ਤੇ ਯਤਨ ਕਰ ਰਹੇ ਹਨ ਕਿ ਜਲਵਾਯੂ ਪਰਿਵਰਤਨ ਨੂੰ ਕਿਸੇ ਤਰ੍ਹਾਂ ਰੋਕਿਆ ਜਾ ਸਕੇ ਕਿਉਂਕਿ ਇਹ ਇੱਕ ਬਹੁਤ ਵੱਡਾ ਖਤਰਾ ਹੋ ਸਕਦਾ ਹੈ ਅਗਲੇ ਆਉਣ ਵਾਲੇ ਸਾਲਾਂ ਦੇ ਵਿੱਚ। ਜੀ ਬਿਲਕੁਲ, G20 ਦੇ ਵਿੱਚ ਜਿਹੜੇ ਵੱਖ-ਵੱਖ ਵਿਸ਼ੇ ਹਨ ਉਹਨਾਂ 'ਤੇ ਇੱਕ ਸਮੂਹ ਦੇ ਵਿੱਚ ਚਰਚਾ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ G20 ਦੀ ਕਾਰਜਪ੍ਰਣਾਲੀ ਕੀ ਹੈ ਤੇ G20 ਦੀ ਪ੍ਰਧਾਨਗੀ ਕਰਦੇ ਹੋਏ ਭਾਰਤ ਕਿਹੜੇ-ਕਿਹੜੇ ਨਵੇਂ ਆਯਾਮ ਸਥਾਪਿਤ ਕਰ ਰਿਹਾ ਹੈ। ਸੌਰਵ, ਮੈਂ ਚਾਹੁੰਦੀ ਹਾਂ ਕਿ ਤੁਸੀਂ ਇਹਦੇ ਤੇ ਚਾਨਣਾ ਪਾਓ ਥੋੜੀ ਜੀ। ਜੇ G20 ਦੀ ਆਪਾਂ ਕਾਰਜਪ੍ਰਣਾਲੀ ਦੇਖੀਏ ਤਾਂ ਇਸ ਦੇ ਵਿੱਚ ਸਾਨੂੰ 2 ਟਰੈਕ ਦੇਖਣ ਨੂੰ ਮਿਲਦੇ ਹੈ। ਪਹਿਲਾ ਟਰੈਕ ਇੱਕ ਵਿੱਤੀ ਟਰੈਕ ਹੁੰਦਾ ਹੈ ਤੇ ਦੂਜਾ ਟਰੈਕ ਸ਼ੇਰਪਾ ਟਰੈਕ ਹੁੰਦਾ ਹੈ। ਵਿੱਤੀ ਟਰੈਕ ਦੇ ਵਿੱਚ ਗਲੋਬਲ 20 ਦੇਸ਼ਾਂ ਦੇ ਸਾਨੂੰ ਵਿੱਤ ਮੰਤਰੀ ਅਤੇ ਭਾਰਤ ਦੇ RBI ਗਵਰਨਰ ਜਾਂ ਸੈਂਟਰਲ ਬੈਂਕ ਦੇ ਗਵਰਨਰ ਸਾਨੂੰ ਦੇਖਣ ਨੂੰ ਮਿਲਦੇ ਹਨ। ਸ਼ੇਰਪਾ ਟਰੈਕ ਦੇ ਵਿੱਚ ਜਿਹੜੇ ਅਧਿਅਕਸ਼ ਹੈ ਉਹ ਆਪਣੇ ਪ੍ਰਤੀਨਿਧੀ ਸਥਾਪਿਤ ਕਰਦੇ ਹਨ ਤੇ ਇੱਦਾਂ ਇਹ ਦੋਨੋਂ ਟਰੈਕ ਚੱਲਦੇ ਹਨ। ਜਿਹੜਾ ਵਿੱਤੀ ਟਰੈਕ ਹੈ ਉਸ ਦੇ ਵਿੱਚ ਉਸ ਦੇਸ਼ ਦੇ ਵਿੱਤੀ ਸੰਕਟ ਅਤੇ ਉਸ ਦੇਸ਼ ਦੀ ਵਿੱਤੀ ਸਮੱਸਿਆਵਾਂ ਦਾ ਸਮਾਧਾਨ ਦੇ ਲਈ ਪ੍ਰੋਗਰਾਮ ਅਤੇ ਡਿਪਲੋਮੈਟਿਕ ਅਤੇ ਰਾਜਨੀਤਿਕ ਪੱਧਰ 'ਤੇ ਜਿਹੜੇ ਨਿਯਮ ਤੇ ਆਯਾਮ ਬਣਾਏ ਜਾਂਦੇ ਹਨ। ਅਤੇ ਜਿਹੜਾ ਸ਼ੇਰਪਾ ਟਰੈਕ ਹੈ ਉਸ ਦੇ ਵਿੱਚ G20 ਦੇ ਜਿਹੜੇ ਹੋਰ ਵਿਸ਼ੇ ਹਨ ਉਹਨਾਂ ਦੇ ਉੱਤੇ ਵੀ ਗੱਲ ਕੀਤੀ ਜਾਂਦੀ ਹੈ, ਜਿਵੇਂ ਕਿ ਹੈਲਥ ਹੋ ਗਿਆ, ਐਜੂਕੇਸ਼ਨ,
ਐਗਰੀਕਲਚਰ ਹੋ ਗਿਆ, ਕਲਾਈਮੇਟ ਫਾਈਨੈਂਸਿੰਗ ਹੋ ਗਿਆ, ਸਰਕੂਲਰ ਇਕੋਨੋਮੀ ਹੋ ਗਿਆ ਅਤੇ ਹੋਰ ਵੀ ਇੱਦਾਂ ਦੇ ਕਈ ਵਿਸ਼ੇ ਆ ਜਾਂਦੇ ਹਨ। ਦੂਜੀ ਗੱਲ, ਜੇ ਆਪਾਂ ਦੇਖੀਏ ਕਿ ਮਾਡਰਨ ਟੈਂਪਲੇਟ ਜਿਹੜਾ G20 ਦੇ ਵਿੱਚ ਭਾਰਤ ਨੇ ਸਥਾਪਿਤ ਕੀਤਾ ਹੈ, ਜੋ ਕਿ ਆਪਾਂ ਦੇਖਦੇ ਹਾਂ ਕਿ ਕੋਵਿਡ-19 ਦੇ ਵਿੱਚ ਵੀ ਜਦੋਂ ਇਹ ਤਰਾਸਦੀ ਵਾਪਰੀ ਸੀ, ਤਦੋਂ ਭਾਰਤ ਨੇ ਸਿਰਫ ਵੈਕਸੀਨ ਜਿਹੜੀ ਹੈ ਭਾਰਤ ਨੂੰ ਹੀ ਨਹੀਂ ਦਿੱਤੀ, ਸਗੋਂ ਭਾਰਤ ਦੇ ਨਾਲ ਨਾਲ ਪੂਰੇ ਵਿਸ਼ਵ ਨੂੰ ਵੈਕਸੀਨ ਪ੍ਰੋਵਾਈਡ ਕਰਾਈ ਹੈ। ਅਤੇ ਸਾਨੂੰ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਜਿਹੜਾ ਇਹ ਸਮਾਂ ਹੈ, ਇਹ ਸਮਾਂ ਇੱਕ ਰਾਜਨੀਤਿਕ ਉਥਲ-ਪੁਥਲ ਦਾ ਹੈ ਅਤੇ ਰਾਜਨੀਤਿਕ ਉਥਲ-ਪੁਥਲ ਅਤੇ ਪੂਰੇ ਵਿਸ਼ਵ ਦੀ ਅਰਥ ਵਿਵਸਥਾ ਡਗਮਗਾ ਉੱਠੀ ਹੈ। ਲੇਕਿਨ ਇਸ ਦੀ ਸਮੱਸਿਆ ਨੂੰ ਦੇਖਦੇ ਹੋਏ ਇਸ ਦਾ ਸਮਾਧਾਨ ਕਰਨਾ ਭਾਰਤ ਦੀ ਸਭ ਤੋਂ ਵੱਡੀ ਪਹਿਲ ਰਹੇਗੀ। ਸਾਨੂੰ ਇਹ ਵੀ ਦੇਖਣ ਨੂੰ ਮਿਲਿਆ ਹੈ ਕਿ ਰਸ਼ੀਆ ਔਰ ਯੂਕਰੇਨ ਦੀ ਵਾਰ ਤੋਂ ਬਾਅਦ ਵੀ ਜਿਹੜੀ ਅਰਥ ਵਿਵਸਥਾ ਹੈ, ਉਸ ਦੇ ਵਿੱਚ ਸਾਨੂੰ ਹਰ ਦੇਸ਼ਾਂ ਦੇ ਵਿੱਚ ਇਨਫਲੇਸ਼ਨ ਕਾਫੀ ਤੇਜ਼ ਦੇਖਣ ਨੂੰ ਮਿਲਿਆ ਹੈ, ਜਿਸ ਕਾਰਨ ਕਈ ਦੇਸ਼ਾਂ ਦੇ ਇੰਟਰਸਟ ਰੇਟ ਵੱਧ ਗਏ ਹਨ, ਇੰਟਰਸਟ ਰੇਟ ਵਧਾ ਦਿੱਤੇ ਗਏ ਹਨ ਅਤੇ ਜਿਹੜੇ ਵਿਕਾਸਸ਼ੀਲ ਦੇਸ਼ ਹੈ ਉਹਨਾਂ ਨੂੰ ਕਰਜ਼ ਦਾ ਭੁਗਤਾਨ ਕਰਨ ਦੇ ਲਈ ਬਹੁਤ ਮੁਸ਼ਕਿਲ ਆ ਰਹੀ ਹੈ। ਅਤੇ ਜਿਹੜੀ G20 ਇਹ ਸਬਮਿਟ ਹੈ, ਇਸ ਦੇ ਕਮਿਊਨੀਕੇ ਦੇ ਵਿੱਚ ਵੀ ਇਹ ਗੱਲ ਕੀਤੀ ਗਈ ਹੈ ਕਿ ਇਹ ਇੱਕ ਪਹਿਲੀ ਇੱਦਾਂ ਦੀ G20 ਸਮੂਹ ਹੈ ਜਿਸ ਦੇ ਵਿੱਚ ਵਿਕਾਸਸ਼ੀਲ ਅਤੇ ਵਿਕਸਿਤ ਦੇਸ਼ ਦੋਨੋਂ ਇਕੱਠੇ ਇੱਕ ਮੰਚ ਤੇ ਆ ਕੇ ਇਸ ਵਿਸ਼ੇ ਤੇ ਕੋਆਪਰੇਟ ਕਰਦੇ ਹਨ। ਜੇ ਆਪਾਂ ਦੇਖੀਏ ਤੇ G7 ਦੇਸ਼ ਬਣੇ ਹਨ, G7 ਜੋ ਕਿ ਵਿਕਸਿਤ ਦੇਸ਼ ਹਨ, G80 ਜੋ ਕਿ ਵਿਕਾਸਸ਼ੀਲ ਦੇਸ਼ ਹਨ, ਲੇਕਿਨ G20 ਇੱਕ ਇੱਦਾਂ ਦਾ ਸਮੂਹ ਹੈ ਜਿਸ ਦਾ ਪੈਰਲਰ ਕੋਈ ਸਮੂਹ ਨਹੀਂ ਹੈ, ਜਿਸ ਦੇ ਵਿੱਚ ਵਿਕਾਸਸ਼ੀਲ ਅਤੇ ਵਿਕਸਿਤ ਦੇਸ਼ ਦੋਨੋਂ ਇਕੱਤਰਿਤ ਹੁੰਦੇ ਹਨ ਅਤੇ ਉਹ ਕਈ ਮੁੱਦਿਆਂ ਤੇ ਕੋਆਪਰੇਟ ਕਰਦੇ ਹਨ ਅਤੇ ਉੱਨਤੀ ਵੱਲ ਪ੍ਰੋਤਸਾਹਿਤ ਕਰਦੇ ਹਨ। ਤੀਜੀ ਗੱਲ ਸਾਨੂੰ ਇਹ ਦੇਖਣ ਨੂੰ ਮਿਲਦੀ ਹੈ ਕਿ ਭਾਰਤ ਨੇ ਡਿਜੀਟਲ ਇੰਟਰਵੈਂਸ਼ਨ ਦੇ ਵਿੱਚ ਵੀ ਬਹੁਤ ਸਹਿਯੋਗ ਕੀਤਾ ਹੈ। ਡਾਇਰੈਕਟ ਬੈਨੀਫਿਟ ਟ੍ਰਾਂਸਫਰ, ਆਧਾਰ ਨੂੰ ਬੈਂਕ ਅਕਾਊਂਟਾਂ ਦੇ ਨਾਲ ਲਿੰਕ ਕਰਾਉਣਾ ਅਤੇ ਫਾਈਨੈਂਸ਼ੀਅਲ ਇਨਕਲੂਜਨ ਦੀ ਗੱਲ ਕੀਤੀ ਹੈ। ਸਾਨੂੰ ਇਸ ਸਭ ਮੁੱਦਿਆਂ ਨੂੰ ਧਿਆਨ 'ਚ ਰੱਖਦੇ ਹੋਏ ਇਹ ਭਾਰਤ ਇੱਕ ਮਾਡਰਨ ਟੈਂਪਲੇਟ ਜੋ ਕਿ ਬਾਕੀ G20 ਦੇ ਦੇਸ਼ਾਂ ਨੂੰ ਵੀ ਦਿਖਾਉਂਦਾ ਹੈ। ਚੌਥੀ ਗੱਲ ਸਾਨੂੰ ਇਹ ਦੇਖਣ ਨੂੰ ਮਿਲਦੀ ਹੈ ਕਿ UNSC ਦੇ ਜਿਹੜੇ ਰਿਫਾਰਮਸ ਹੈ ਉਸ ਦੇ ਵਿੱਚ ਵੀ ਭਾਰਤ ਬਹੁਤ ਵੱਧ ਚੜ੍ਹ ਕੇ ਹਿੱਸਾ ਲੈ ਰਿਹਾ ਹੈ। ਸਾਨੂੰ ਇਹ ਦੇਖਣ ਨੂੰ ਮਿਲਦਾ ਹੈ ਕਿ 7 ਬਿਲੀਅਨ ਦੀ ਪੂਰੇ ਸੰਸਾਰ ਦੀ ਪੋਪੂਲੇਸ਼ਨ ਦੇ ਵਿੱਚੋਂ 1 ਬਿਲੀਅਨ ਪੋਪੂਲੇਸ਼ਨ ਭਾਰਤ ਦੀ ਹੈ, ਜਿਸ ਦਾ ਕਿ ਇਹ ਮਤਲਬ ਸਾਫ਼ ਨਿਕਲਦਾ ਹੈ ਕਿ 7 ਵਿਅਕਤੀਆਂ ਵਿੱਚੋਂ 1 ਵਿਅਕਤੀ ਭਾਰਤੀ ਹੈ। ਤੇ UNSC ਜੋ ਕਿ ਯੂਨਾਈਟਿਡ ਨੇਸ਼ਨ ਆਫ ਸੈਕਟਰੀ ਕਾਉਂਸਲ ਹੈ, ਉਸ ਦੇ ਵਿੱਚ P5 ਜੋ ਕਿ ਪਰਮਾਨੈਂਟ 5 ਦੇਸ਼ ਹਨ, ਜਿਸ ਦੇ ਵਿੱਚ USA, ਰਸ਼ੀਆ, ਚਾਈਨਾ, UK ਅਤੇ ਫਰਾਂਸ ਆਉਂਦੇ ਹਨ। ਲੇਕਿਨ ਸਾਨੂੰ ਇਹ ਦੇਖਣਾ ਪਵੇਗਾ ਕਿ ਇਹ ਜਿਹੜਾ UNSC ਦਾ ਮੇਨ ਏਜੰਡਾ ਹੈ ਉਹ ਵਿਸ਼ਵ ਪੱਧਰ ਤੇ ਵਿਸ਼ਵ ਦੀ ਸਮੱਸਿਆਵਾਂ ਨੂੰ ਸਮਾਧਾਨ ਦੇਣਾ ਹੈ। ਲੇਕਿਨ ਹਰ 7 ਵਿਅਕਤੀਆਂ ਵਿੱਚੋਂ 1 ਵਿਅਕਤੀ ਜੇ ਭਾਰਤੀ ਹੈ ਤੇ ਭਾਰਤ ਦਾ ਇਸ ਦੇ ਵਿੱਚ ਮੌਜੂਦ ਹੋਣਾ ਬਹੁਤ ਲਾਜ਼ਮੀ ਬਣ ਜਾਂਦਾ ਹੈ। ਤੇ ਇਸ ਦੇ ਵਿੱਚ ਮੌਜੂਦ ਹੋਣ ਦੇ ਵਿੱਚ ਸਾਨੂੰ ਸਭ ਤੋਂ ਪਹਿਲੀ ਰੁਕਾਵਟ ਇਹ ਆਉਂਦੀ ਹੈ ਕਿ ਚਾਈਨਾ ਇਸ ਦਾ ਸਦੱਸਿਆ ਹੈ ਤੇ 5 ਦੀ ਸਹਿਮਤੀ ਇਹਦੇ ਵਿੱਚ ਹੋਣੀ ਬਹੁਤ ਜ਼ਰੂਰੀ ਹੈ। ਲੇਕਿਨ ਚਾਈਨਾ ਜੋ ਕਿ ਸਹਿਮਤੀ ਨਹੀਂ ਕਰਦਾ ਹੈ, ਇਸ ਦੇ ਲਈ ਭਾਰਤ ਨੂੰ 193 ਦੇਸ਼ਾਂ ਵਿੱਚੋਂ 2/3 ਦੇਸ਼ਾਂ ਦੀ ਮਨਜ਼ੂਰੀ ਚਾਹੀਦੀ ਹੈ। 1993 ਤੋਂ 1945 ਦੇ ਵਿੱਚ ਸੈਕੰਡ ਵਰਲਡ ਵਾਰ ਤੋਂ ਬਾਅਦ ਸਾਨੂੰ ਇਹ ਦੇਖਣ ਨੂੰ ਮਿਲਿਆ ਸੀ ਕਿ ਭਾਰਤ ਨੇ ਕੋਈ ਵੀ ਸਟੈਂਡ ਨਹੀਂ ਲਿੱਤਾ ਸੀ, ਬਾਈਪੋਲਰ ਸਮਾਜ ਹੋ ਗਿਆ ਸੀਗਾ। ਉਸ ਸਮੇਂ ਭਾਰਤ ਨੇ ਨਾ ਰਸ਼ੀਆ ਵੱਲ ਤੇ ਨਾ USA ਦਾ ਸਟੈਂਡ ਲਿੱਤਾ ਸੀਗਾ। ਉਸ ਸਮੇਂ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਜੀ ਨੇ ਨੈਮ ਸਥਾਪਿਤ ਕੀਤਾ ਸੀਗਾ ਜੋ ਕਿ ਨਾਨ ਅਲਾਈਨਮੈਂਟ ਮੂਵਮੈਂਟ ਹੈ, ਜਿਸ ਦੇ ਵਿੱਚ ਸਾਡਾ ਸਟੈਂਡ ਕਿਸੇ ਦੇ ਨਾਲ ਵੀ ਨਹੀਂ ਸੀਗਾ ਤੇ ਆਪਾਂ ਨੈਮ ਸਥਾਪਿਤ ਕੀਤਾ ਸੀਗਾ। ਅੱਜ ਉਹ ਨੈਮ ਤੋਂ ਮੈਮ ਬਣ ਚੁੱਕਾ ਹੈ ਜੋ ਕਿ ਮਲਟੀਲੇਟਰਲ ਅਲਾਈਨਮੈਂਟ ਮੂਵਮੈਂਟ ਹੈ। ਸਾਨੂੰ ਇਹ ਦੇਖਣਾ ਪਵੇਗਾ ਕਿ ਅੱਜ ਭਾਰਤ ਦੇ ਨਾਲ ਸਿਰਫ 122 ਦੇਸ਼ ਹਨ ਤੇ 128 ਦੀ ਪ੍ਰਾਪਤੀ ਦੇ ਲਈ ਭਾਰਤ ਨੇ G20 ਨੂੰ G21 ਬਣਾਉਣ ਦਾ ਵੀ ਇੱਕ ਉਦੇਸ਼ ਸਾਹਮਣੇ ਕੀਤਾ ਹੈ। G21 ਦੇ ਵਿੱਚ ਭਾਰਤ ਜਿਹੜਾ ਗਲੋਬਲ ਸਾਊਥ ਹੈ ਉਸ ਨੂੰ ਵੀ ਸ਼ਾਮਿਲ ਕਰਨਾ ਚਾਹੁੰਦਾ ਹੈ, ਕਿਉਂਕਿ ਉਹ ਕਾਫੀ ਪਿਛੜਿਆ ਰਹਿ ਚੁੱਕਾ ਹੈ ਅਤੇ ਉਸ ਨੂੰ ਸ਼ਾਮਿਲ ਕਰਨ ਦੇ ਨਾਲ ਭਾਰਤ ਦੀ ਜਿਹੜੇ 122 ਦੇਸ਼ਾਂ ਦੀ ਮਨਜ਼ੂਰੀ ਹੈ ਉਸ ਦੇ ਨਾਲ 128 ਦਾ ਆંકੜਾ ਉਹ ਪਾਰ ਹੋ ਜਾਵੇਗਾ ਤੇ ਭਾਰਤ UNSC ਦਾ ਵੀ ਸਦੱਸਿਆ ਬਣ ਸਕਦਾ ਹੈ। ਇਹ ਸਾਡੇ ਲਈ ਬਹੁਤ ਮਹੱਤਵਪੂਰਨ ਹੈ ਅਤੇ ਸਾਨੂੰ ਇਸ ਚੀਜ਼ ਵੱਲ ਵੀ ਧਿਆਨ ਰੱਖਣਾ ਚਾਹੀਦਾ ਹੈ। ਤੇ ਇਸ ਦੇ ਨਾਲ ਅੰਜਲੀ, ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗੀ ਕਿ ਹਲੇ ਇੱਥੇ ਆਪਾਂ ਬਹੁਤ ਸਾਰੇ ਚਰਚੇ ਨੇ ਜਿਹੜੇ ਕਿ G20 ਮੀਟਿੰਗ ਦੇ ਵਿੱਚ ਜਿਨ੍ਹਾਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੀਆਂ ਹੋਰ ਗੱਲਾਂ ਨੇ ਜਿਨ੍ਹਾਂ ਤੇ ਮੀਟਿੰਗਸ ਜਿਹੜੀਆਂ ਹੈ ਉਹ ਰੱਖੀਆਂ ਗਈਆਂ ਹਨ ਅਤੇ ਜਿਨ੍ਹਾਂ ਤੇ ਖਰਾ ਉਤਰਨ ਲਈ ਭਾਰਤ ਦੀ ਜਿਹੜੀ ਹੈ ਇੱਕ ਅਹਿਮ ਭੂਮਿਕਾ ਹੈ?
ਜੀ ਬਿਲਕੁਲ, ਅਸੀਂ ਦੇਖਿਆ ਕਿ G20 ਦਾ ਹੁਣ ਇਸ ਵਾਰੀ ਭਾਰਤ ਹੋਸਟ ਕਰ ਰਿਹਾ ਹੈ ਅਤੇ ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਭਾਰਤ ਦੇ ਲਈ ਨਾ ਇੱਕ ਬਹੁਤ ਚੰਗਾ ਮੌਕਾ ਹੈ। ਇੱਕ ਮੌਕਾ ਹੈ ਕੰਮ ਕਰਨ ਦੇ ਲਈ, ਜੋ ਚੀਜ਼ਾਂ ਦੇ ਉੱਤੇ ਵਿਕਾਸ ਦੀ ਹਜੇ ਜ਼ਰੂਰਤ ਹੈ। ਅਤੇ ਜੇ ਸਮੇਂ-ਸਮੇਂ 'ਤੇ ਭਾਰਤ ਦੇ ਵਿੱਚ ਮੀਟਿੰਗਸ ਵੀ ਕੀਤੀਆਂ ਜਾ ਰਹੀਆਂ ਨੇ, ਜਿੱਥੇ ਕਿ ਦੇਸਾਂ ਵਿਦੇਸਾਂ ਤੋਂ ਸਾਰੇ ਆ ਰਹੇ ਨੇ ਅਤੇ ਉਸ ਮੀਟਿੰਗ ਦੇ ਵਿੱਚ ਹਿੱਸਾ ਲੈ ਰਹੇ ਨੇ। ਅਤੇ ਜਿਵੇਂ ਅਸੀਂ ਦੇਖਿਆ ਕਿ ਭਾਰਤ ਵਿੱਚ ਕਈ ਯੂਥ 20, ਇਨਵਾਇਰਮੈਂਟ ਦੇ ਰਿਲੇਟਡ, ਸਾਇੰਸ ਸਮਿਟ ਦੇ ਰਿਲੇਟਡ ਅਤੇ ਇਨਫਰਾਸਟਰਕਚਰ ਨੂੰ ਲੈ ਕੇ, ਜਾਂ ਫਿਰ ਗੱਲ ਕਰ ਲਈਏ ਐਜੂਕੇਸ਼ਨ ਨੂੰ ਲੈ ਲਈਏ, ਜਾਂ ਫਿਰ ਐਗਰੀਕਲਚਰ ਨੂੰ ਲੈ ਲਈਏ, ਹੈਲਥ ਡਿਪਾਰਟਮੈਂਟ ਲੈ ਲਈਏ, ਵੱਖ-ਵੱਖ ਚੀਜ਼ਾਂ ਦੇ ਉੱਤੇ ਜਾਂ ਵੱਖ-ਵੱਖ ਵਿਸ਼ਿਆਂ ਦੇ ਉੱਤੇ ਮੀਟਿੰਗਸ ਜਿਹੜੀਆਂ ਨੇ ਵੱਖ-ਵੱਖ ਟਾਈਮ 'ਤੇ ਕੀਤੀਆਂ ਜਾ ਰਹੀਆਂ ਨੇ, ਜੋ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਭਾਰਤ ਦੇ ਲਈ ਇੱਕ ਮੌਕਾ ਹੈ ਕਿ ਉਹ ਵਿਕਾਸ ਦੇ ਰਾਹ ਵੱਲ ਜਿਹੜਾ ਉਹ ਚੱਲਦਾ ਪਿਆ। ਅਤੇ ਬਾਕੀ ਜਿਹੜੇ ਡਿਵੈਲਪ, ਜਿੱਦਾਂ ਦੀ ਗੱਲ ਕੀਤੀ ਹੈ ਕਿ G7 ਜੋ ਕੰਟਰੀਜ਼ ਨੇ ਜੋ ਕਿ ਡਿਵੈਲਪ ਨੇ, ਉਹਨਾਂ ਵਾਂਗ ਅੱਗੇ ਵੱਧ ਕੇ ਜਿਹੜਾ ਕਿ ਡਿਵੈਲਪ ਹੋ ਸਕੇ, ਅਤੇ ਇਹ ਇੱਕ ਚੰਗਾ ਭਾਰਤ ਦੇ ਲਈ ਉਪਰਾਲਾ ਹੈ। ਜੀ G20 ਸਮਿਟ ਦੇ ਵਿੱਚ ਜਿਹੜਾ ਇਹ ਸਮੂਹ ਹੈ, ਜਿਸ ਵਿੱਚ ਬੜੇ ਹੀ ਵਿਕਸਿਤ ਅਤੇ ਵਿਕਾਸਸ਼ੀਲ ਜਿਹੜੇ ਦੇਸ਼ ਹਨ ਉਹ ਸ਼ਾਮਿਲ ਹਨ, ਇਸ ਦੇ ਨਾਲ ਭਾਰਤ ਨੂੰ ਇੱਕ ਮੌਕਾ ਮਿਲਿਆ ਹੈ ਕਿ ਉਹ ਸਭ ਦੇ ਨਾਲ ਰਲ ਕੇ ਪੂਰੇ ਹੀ ਵਿਸ਼ਵ ਦੀ, ਆਪਣੇ ਦੇਸ਼ ਦੇ ਨਾਲ ਨਾਲ ਬਾਕੀ ਵਿਸ਼ਵ ਦੀ ਵੀ ਅਰਥ ਵਿਵਸਥਾ ਨੂੰ ਕਿੰਝ ਚੁੱਕਦਾ ਹੈ ਅਤੇ ਇਸ ਦੇ ਵਿੱਚ ਆਪਣਾ ਕੀ ਯੋਗਦਾਨ ਦਿੰਦਾ ਹੈ। ਅਤੇ ਇਸ ਦੇ ਨਾਲ ਹੀ ਅਸੀਂ ਅੱਜ ਦੀ ਚਰਚਾ ਨੂੰ ਇੱਥੇ ਸਮਾਪਤ ਕਰਦੇ ਹਾਂ। ਅਤੇ ਇਸ ਦੇ ਨਾਲ ਨਾਲ ਮੈਂ ਅੰਜਲੀ, ਸੌਰਵ ਅਤੇ ਅੰਕੁਸ਼ ਜੀ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਇੱਥੇ ਆਏ ਅਤੇ ਵੱਖ-ਵੱਖ ਵਿਸ਼ੇ 'ਤੇ ਚਾਨਣਾ ਪਾਇਆ। ਇਸ ਦੇ ਨਾਲ ਆਪਣੇ ਦੋਸਤ ਅਤੇ ਹੋਸਟ ਆਂਚਲ ਨੂੰ ਦਿਓ ਇਜਾਜ਼ਤ। ਨਮਸਕਾਰ।